हेलो एवरीवन वेलकम बैक टू एमजी क्लासेस दिस इज मन्नत गर्ग। ਅੱਜ ਆਪਾਂ ਕਰਦੇ ਹਾਂ ਕਲਾਸ 12 ਦਾ 7th ਟੈਸਟ ਪੇਪਰ ਦਾ ਕੁਐਸਚਨ ਨੰਬਰ 17th, ਜਿਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ 3D ਚੈਪਟਰ ਦੇ ਕੁਐਸਚਨ ਹੈ ਦੋਨੋਂ। ਆਪਾਂ ਨੇ 3D ਦੇ ਰੂਲਸ ਲਗਾ ਕੇ ਇੱਕ ਤਾਂ ਸ਼ਾਰਟੈਸਟ ਡਿਸਟੈਂਸ ਫਾਈਂਡ ਕਰਨਾ ਹੈ ਫਰਸਟ ਕੁਐਸਚਨ ਦੇ ਵਿੱਚ, ਸੈਕੰਡ ਕੁਐਸਚਨ ਦੇ ਵਿੱਚ ਆਪਾਂ ਨੇ ਕਰਨਾ ਹੈ ਕਿਸੇ ਲਾਈਨ ਦੀ ਇਕੁਏਸ਼ਨ ਫਾਈਂਡ ਕਰਨੀ। ਠੀਕ ਹੈ ਜੀ, ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਤੋਂ। ਆਪਣੇ ਕੋਲ ਹੈਗਾ ਸ਼ਾਰਟੈਸਟ ਡਿਸਟੈਂਸ ਫਾਈਂਡ ਕਰਨਾ ਆਪਾਂ ਨੇ ਦੋ ਇਕੁਏਸ਼ਨਸ ਦੇ ਵਿੱਚ। ਪਲੇਨ ਦੀਆਂ ਵੈਕਟਰਸ ਦੇ ਕੇ ਆਪਾਂ ਨੂੰ ਇਕੁਏਸ਼ਨਸ ਦਿੱਤੀਆਂ ਹੋਈਆਂ ਨੇ, ਜਸਟ ਆਪਾਂ ਨੇ ਕਰਨਾ ਇਹਦੇ ਵਿੱਚ ਸ਼ਾਰਟੈਸਟ ਡਿਸਟੈਂਸ ਹੀ ਫਾਈਂਡ ਹੈ। ਤਾਂ ਆਪਾਂ ਕਿਵੇਂ ਕਰਾਂਗੇ, ਆਪਣੇ ਕੋਲ ਸ਼ਾਰਟੈਸਟ ਡਿਸਟੈਂਸ ਦਾ ਫਾਰਮੂਲਾ ਹੁੰਦਾ ਹੈ P1 ਮਾਈਨਸ P2 ਡਾਟ D1 ਕ੍ਰੋਸ D2 ਅਪੋਨ D1 ਕ੍ਰੋਸ D2 ਮੈਗਨੀਟਿਊਡ ਸਾਰੇ ਦਾ ਮੋਡ। ਇਸ ਦੇ ਵਿੱਚ ਆਪਾਂ P1 ਮਾਈਨਸ P2 ਦੀ ਜਗ੍ਹਾ ਤੇ A1 ਮਾਈਨਸ A2 ਵੀ ਲੈ ਸਕਦੇ ਹਾਂ, D1 D2 ਦੀ ਜਗ੍ਹਾ ਤੇ ਆਪਾਂ B1 B2 ਵੀ ਲੈ ਸਕਦੇ ਹਾਂ, ਜਿਹੜੇ ਕਿ ਹੁੰਦੇ ਕੀ ਨੇ ਆਪਣੇ ਕੋਲ A ਜਾਂ ਫਿਰ P ਪੁਆਇੰਟਸ ਦੀ ਵੈਲਿਊਜ਼ ਹੁੰਦੀਆਂ ਨੇ, B ਜਾਂ ਫਿਰ D ਕਿਹਦੀ ਵੈਲਿਊ ਹੁੰਦੀ ਹੈ ਡਾਇਰੈਕਸ਼ਨ ਰੇਸ਼ੀਓਜ਼ ਦੀ। ਠੀਕ ਹੈ ਜੀ, ਫਾਰਮੂਲੇ ਨੂੰ ਆਪਾਂ ਇਸ ਤਰੀਕੇ ਨਾਲ ਵੀ ਡਿਨੋਟ ਕਰ ਸਕਦੇ ਹਾਂ। ਤਾਂ ਹੁਣ ਆਪਾਂ ਨੇ ਕਰਨਾ ਕੀ ਹੈ, ਇਹਦੇ ਵਿੱਚ ਆਪਣੇ ਕੋਲ R ਵੈਕਟਰ ਗਿਵਨ ਹੈ R1, ਇਹਦੇ ਵਿੱਚ ਪਹਿਲਾਂ P1 ਫਾਈਂਡ ਕਰੋ। P1 ਕੀ ਹੈ ਆਪਣੇ ਕੋਲ, ਇਹਦੇ ਕੋਈ ਵੀ ਪੁਆਇੰਟ ਹੈ ਨਹੀਂ ਅੱਗੇ, ਤਾਂ ਇਹਦੇ ਵਿੱਚ P1 ਦੀ ਵੈਲਿਊ ਕੀ ਆ ਜਾਊਗੀ 0 I ਕੈਪ 0 J ਕੈਪ 0 K ਕੈਪ। P2 ਸੈਕਿੰਡ ਵੈਕਟਰ ਦੇ ਵਿੱਚ ਆਪਣੇ ਕੋਲ ਪੁਆਇੰਟਸ ਕੀ ਨੇ I ਕੈਪ ਮਾਈਨਸ J ਕੈਪ। ਐਵੇਂ D1 D1 ਕੀ ਹੈ ਆਪਣੇ ਕੋਲ I ਕੈਪ ਮਾਈਨਸ J ਕੈਪ ਪਲਸ K ਕੈਪ। D ਕੌਣ ਹੁੰਦਾ ਹੈ, ਜੋ ਕੌਨਸਟੈਂਟ ਲੈਮਡਾ ਜਾਂ ਫਿਰ ਨਿਊ ਦੇ ਨਾਲ ਅਟੈਚ ਹੁੰਦੀ ਹੈ ਵੈਲਿਊ, ਡਾਇਰੈਕਸ਼ਨ ਰੇਸ਼ੀਓਜ਼। D2 ਕੀ ਹੈ ਮਾਈਨਸ 2 J ਕੈਪ ਪਲਸ K ਕੈਪ। ਹੁਣ ਆਪਾਂ ਨੇ ਕਰਨਾ ਕੀ ਹੈ, ਪਹਿਲਾਂ ਸ਼ਾਰਟੈਸਟ ਡਿਸਟੈਂਸ ਦੇ ਫਾਰਮੂਲੇ ਦੇ ਅਕੋਰਡਿੰਗ ਸਾਰੀਆਂ ਵੈਲਿਊਜ਼ ਤੁਸੀਂ ਫਾਈਂਡ ਕਰਕੇ ਰੱਖ ਲਓ। ਕਿਵੇਂ, ਸਭ ਤੋਂ ਪਹਿਲਾਂ ਫਾਈਂਡ ਕਰੋ P1 ਮਾਈਨਸ P2। P2 ਮਾਈਨਸ P1 ਵੀ ਕਰ ਸਕਦੇ ਹਾਂ, P1 ਮਾਈਨਸ P2 ਵੀ ਕਰ ਸਕਦੇ ਹਾਂ, ਬਿਕੋਜ਼ ਆਪਾਂ ਲਾਸਟ ਦੇ ਵਿੱਚ ਮੋਡ ਹੀ ਲੈਣਾ ਹੁੰਦਾ ਹੈ, ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਗਰ ਆਪਾਂ P1 ਮਾਈਨਸ P2 ਕਰਾਂਗੇ 0 ਮਾਈਨਸ I ਕੈਪ ਪਲਸ 0 ਮਾਈਨਸ J ਕੈਪ, K ਕੈਪ 0 ਹੀ ਹੈ, ਤਾਂ ਆਪਣੇ ਕੋਲ ਕੀ ਆ ਜਾਊਗਾ ਮਾਈਨਸ ਮਾਈਨਸ ਪਲਸ ਮਾਈਨਸ I ਕੈਪ ਪਲਸ J ਕੈਪ। ਠੀਕ ਹੈ ਜੀ, ਨਾਲ ਹੀ D1 ਕ੍ਰੋਸ D2 ਫਾਈਂਡ ਕਰ ਲਓ। D1 ਕ੍ਰੋਸ D2 ਕਿਵੇਂ ਕਰਦੇ ਹਾਂ, ਕ੍ਰੋਸ ਪ੍ਰੋਡਕਟ ਆਫ ਟੂ ਵੈਕਟਰਸ I ਕੈਪ ਮਾਈਨਸ J ਕੈਪ K ਕੈਪ। 1 ਮਾਈਨਸ 1 1 ਮਾਈਨਸ 2 1, ਕ੍ਰੋਸ ਪ੍ਰੋਡਕਟ ਕਰ ਲਓ ਜੀ। I ਕੈਪ ਇਨਟੂ ਕੀ ਕਰਨਾ ਹੁੰਦਾ ਹੈ, A ਵਾਲੀ ਰੋ ਹਾਈਡ ਕਰਕੇ ਇਹਨਾਂ ਦੋਨਾਂ ਦਾ ਡਿਟਰਮੀਨੈਂਟ ਵਾਲਾ, ਮਾਈਨਸ 1 ਮਾਈਨਸ ਮਾਈਨਸ ਪਲਸ 2 ਮਾਈਨਸ J ਕੈਪ, J वाली रो हाइड कर दो, 1 इंटू 1 1 1 इंटू 0 0 प्लस K कैप 1 इंटू माइनस 2 माइनस 1 इंटू 0 0। तो अपने को D1 क्रॉस D2 की आ जाऊगा 2 माइनस 1 1 I कैप माइनस J कैप माइनस 2 K कैप। ठीक है जी, अपन ने की फाइंड कर लिया P1 माइनस P2 फाइंड कर लिया, D1 क्रॉस D2 फाइंड कर ਲਿਆ। ਇਹਨਾਂ ਨੂੰ ਆਪਾਂ ਨੇ ਫਾਰਮੂਲੇ ਦੇ ਵਿੱਚ ਪੁੱਟ ਕਰਨਾ ਹੈ। ਇਸ ਤੋਂ ਪਹਿਲਾਂ ਆਪਾਂ ਨੇ ਨੀਚੇ ਵੀ ਕੀ ਕਰਨਾ ਸੀ, D1 क्रॉस D2 ਦਾ ਮੈਗਨੀਟਿਊਡ ਉਹ ਵੀ ਫਾਈਂਡ ਕਰ ਲੈਂਦੇ ਹਾਂ। D1 क्रॉस D2 ਮੈਗਨੀਟਿਊਡ ਮੀਨਸ ਮੈਗਨੀਟਿਊਡ ਆਫ I ਕੈਪ ਮਾਈਨਸ J ਕੈਪ ਮਾਈਨਸ 2 K ਕੈਪ। ਇਹ ਵੀ ਕਰ ਦਿੰਦੇ ਹਾਂ ਜੀ। ਇਹ ਕਿਵੇਂ ਹੋ, ਮੈਗਨੀਟਿਊਡ ਕਿਵੇਂ ਫਾਈਂਡ ਕਰੀਦਾ ਹੁੰਦਾ, ਰੂਟ ਆਫ A ਸਕੁਅਰ ਪਲਸ B ਸਕੁਅਰ ਪਲਸ C ਸਕੁਅਰ। ਕਿੰਨਾ ਆ ਜਾਊਗਾ ਤੁਹਾਡੇ ਕੋਲ 1 ਪਲਸ 1 ਪਲਸ 4 ਅੰਡਰ ਰੂਟ 6 ਕੀ ਆ ਜਾਊ D1 ਕ੍ਰੋਸ D2 ਦਾ ਮੈਗਨੀਟਿਊਡ। ਹੁਣ ਇਹ ਸਾਰੀਆਂ ਵੈਲਿਊਜ਼ ਨੂੰ ਫਾਰਮੂਲੇ ਦੇ ਵਿੱਚ ਪੁੱਟ ਕਰ ਦਿਓ। ਕੀ ਕਰਨਾ ਆਪਣਾ, ਸ਼ਾਰਟੈਸਟ ਡਿਸਟੈਂਸ ਇਕੁਅਲਸ ਟੂ P1 ਮਾਈਨਸ P2 ਕਿੰਨਾ ਆਇਆ ਸੀ I ਕੈਪ ਮਾਈਨਸ I ਕੈਪ ਪਲਸ J ਕੈਪ ਡਾਟ D1 ਕ੍ਰੋਸ D2 D1 ਕ੍ਰੋਸ D2 ਕਿੰਨਾ ਆਇਆ ਮਾਈਨਸ I ਕੈਪ ਮਾਈਨਸ J ਕੈਪ ਮਾਈਨਸ 2K ਕੈਪ ਪਲਸ I ਕੈਪ। D1 क्रॉस D2 मैग्नीट्यूड अंडर रूट 6 सारे ਦਾ ਮੋਡ। ਇਹਨੂੰ ਸੋਲਵ ਕਰ ਦੋ, ਦੋਨੋਂ ਵੈਕਟਰਸ ਦੀ ਡਾਟ ਪ੍ਰੋਡਕਟ ਕਰਾਂਗੇ 1 ਇੰਟੂ ਮਾਈਨਸ 1 ਮਾਈਨਸ 1 1 ਇੰਟੂ ਮਾਈਨਸ 1 ਮਾਈਨਸ 1 0 ਇੰਟੂ 2 2 0 ਸੌਰੀ ਅਪੋਨ ਅੰਡਰ ਰੂਟ 6 ਸਾਰੇ ਦਾ ਕੀ ਹੁੰਦਾ ਹੈ ਮੋਡੂਲਸ ਮਾਈਨਸ 2 ਦਾ ਮੋਡੂਲਸ ਅਪੋਨ ਅੰਡਰ ਰੂਟ 6। ਅਗਰ ਨੈਗੇਟਿਵ ਸਾਈਨ ਹੈ, ਮੋਡ ਹੈ ਆਪਣੇ ਕੋਲ, ਤਾਂ ਆਪਾਂ ਨੇ ਕੀ ਕਰ ਦੇਣਾ ਉਸਨੂੰ ਪੋਜ਼ਿਟਿਵ ਦੇ ਵਿੱਚ ਹੀ ਕਨਵਰਟ ਕਰ ਦੇਣਾ, ਕਿਉਂਕਿ ਡਿਸਟੈਂਸ ਕੈਨ ਨੈਵਰ ਬੀ ਨੈਗੇਟਿਵ। ਇਸ ਤੋਂ ਬਾਅਦ ਆਪਾਂ ਕੀ ਕਰਾਂਗੇ, ਇਸ ਨੂੰ ਆਪਣਾ ਆਂਸਰ ਕਿੰਨਾ ਆ ਗਿਆ 2 ਅੰਡਰ ਰੂਟ 6। ਉੱਪਰ ਵਾਲੇ 2 ਨੂੰ ਆਪਾਂ ਲਿਖ ਸਕਦੇ ਹਾਂ ਅੰਡਰ ਰੂਟ 2 ਇੰਟੂ ਅੰਡਰ ਰੂਟ 2 ਅਪੋਨ ਅੰਡਰ ਰੂਟ 6 ਨੂੰ ਲਿਖ ਸਕਦੇ ਹਾਂ ਅੰਡਰ ਰੂਟ 3 ਇੰਟੂ ਅੰਡਰ ਰੂਟ 2।
ये कैंसिल हो गया, तो अपना आंसर की आ गया √2/3 यूनिट्स। नैक्सट अपने को जो है अपन इक्वेशन ਦੇ ਵਿੱਚ फाइंड करना है इक्वेशन ऑफ अ लाइन पासिंग थ्रू द इंटरसेक्शन ऑफ टू लाइन्स दीज। ਦੋ ਲਾਈਨਸ ਗਿਵਨ ਨੇ, ਇਹਨਾਂ ਦੀ ਇੰਟਰਸੈਕਸ਼ਨ ਦੇ ਵਿੱਚੋਂ ਕੋਈ ਇਕੁਏਸ਼ਨ ਪਾਸ ਕਰ ਰਹੀ ਹੈ ਐਂਡ ਪਰਪੈਂਡੀਕੂਲਰ ਹੈ ਇਹਨਾਂ ਦੋਨੋਂ ਲਾਈਨਸ ਦੇ। ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਦੋਨੋਂ ਲਾਈਨਸ ਦੀ ਇਕੁਏਸ਼ਨਸ ਨੂੰ ਨੋਟ ਕਰਦੇ ਹਾਂ। ਇਕੁਏਸ਼ਨ ਆਫ ਲਾਈਨ ਕੀ ਗਿਵਨ ਹੈ ਆਪਣੇ ਕੋਲ, ਫਰਸਟ ਜੋ ਹੈ 17th ਦਾ ਬੀ ਪਾਰਟ। ਇਕੁਏਸ਼ਨ ਆਫ ਲਾਈਨਸ ਗਿਵਨ ਨੇ, ਲਾਈਨ 1 ਦੀ ਹੈਗੀ ਹੈ x/1 y-1/2 z-2/3। लाइन 2 दी इक्वेशन जो गिवन है x-1/0 y/-3 z-7/2। ਹੁਣ ਆਪਾਂ ਨੇ ਕੀ ਕਰਨਾ ਹੈ, ਕੋਈ ਇੱਕ ਥਰਡ ਲਾਈਨ ਫਾइंड ਕਰਨੀ ਹੈ ਜੋ ਕਿ ਪਰਪੈਂਡੀਕੂਲਰ ਹੈ ਇਹਨਾਂ ਦੋਨੋਂ ਲਾਈਨਸ ਦੇ ਐਂਡ ਇਜ਼ ਪਾਸਿੰਗ ਥਰੂ ਇੰਟਰਸੈਕਟਿੰਗ ਪੁਆਇੰਟ ਆਫ ਥੀਸ ਟੂ ਲਾਈਨਸ। ਤਾਂ ਆਪਾਂ ਕੀ ਕਰਾਂਗੇ, ਥਰਡ ਇਕੁਏਸ਼ਨ ਫਾइंड ਕਰਨ ਦੇ ਲਈ ਪਹਿਲਾਂ ਆਪਾਂ ਲੈਟ ਕਰ ਲੈਂਦੇ ਹਾਂ, ਲੈਟ ਡਾਇਰੈਕਸ਼ਨ ਰੇਸ਼ੀਓ। डायरेक्शन रेशियो किस लाइन दी, ऑफ रिक्वायर्ड लाइन। ਆਪਾਂ ਨੇ ਕਿਸੇ ਵੀ ਲਾਈਨ ਦੀ ਅਗਰ ਇਕੁਏਸ਼ਨ ਫਾइंड ਕਰਨੀ ਹੁੰਦੀ, ਆਪਾਂ ਨੂੰ ਚਾਹੀਦਾ ਕੀ ਹੁੰਦਾ, ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਇੱਕ ਤਾਂ ਚਾਹੀਦੀ ਹੁੰਦੀ ਹੈ ਡਾਇਰੈਕਸ਼ਨ ਰੇਸ਼ੀਓ ABC, ਦੂਸਰਾ ਚਾਹੀਦਾ ਆਪਾਂ ਨੂੰ ਪੁਆਇੰਟ। ਪੁਆਇੰਟ ਕੀ ਚਾਹੀਦਾ ਹੁੰਦਾ ਹੈ, x1 y1 z1। ਇਹ ਦੋਨੋਂ ਚੀਜ਼ਾਂ ਆਪਾਂ ਨੇ ਇੱਥੇ ਫਾइंड ਕਰਨੀਆਂ ਨੇ। ਫਾइंड ਕਰਕੇ ਆਪਾਂ ਲਾਈਨ ਦੀ ਜਨਰਲ ਇਕੁਏਸ਼ਨ ਦੇ ਵਿੱਚ ਪੁੱਟ ਕਰ ਦਾਂਗੇ। ਇਕੁਏਸ਼ਨ ਆਫ ਲਾਈਨ ਕੀ ਹੁੰਦੀ ਹੈ, x minus x1 upon a, y minus y1 upon b, z minus z1 upon c। ਇਸ ਦੇ ਵਿੱਚ ਪੁੱਟ ਕਰ ਦਾਂਗੇ। ਹੁਣ ਆਪਾਂ ਨੇ ਫਾइंड ਕਿਵੇਂ ਕਰਨੀ ਹੈ ਆਪਣੀ ਡਾਇਰੈਕਸ਼ਨ ਰੇਸ਼ੀਓ ਐਂਡ ਪੁਆਇੰਟਸ। ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ, ਵੀ ਨੋ ਰਿਕੁਆਇਰਡ ਲਾਈਨ ਆਪਾਂ ਲੈ ਲੈਂਦੇ ਹਾਂ L3। L3 ਆਪਾਂ ਲੈ ਲਈ ਆਪਣੀ ਰਿਕੁਆਇਰਡ ਲਾਈਨ। ਵੀ ਨੋ L1 इज परपेंडिकुलर टू L3। ਅਗਰ ਕੋਈ ਦੋ ਲਾਈਨਸ ਆਪਸ ਦੇ ਵਿੱਚ ਪਰਪੈਂਡੀਕੂਲਰ ਹੁੰਦੀਆਂ ਨੇ ਤਾਂ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਡਾਇਰੈਕਸ਼ਨ ਰੇਸ਼ੀਓਜ਼ ਦੀ ਜੋ ਪ੍ਰੋਡਕਟ ਹੈ ਉਹ ਕੀ ਹੁੰਦੀ ਹੈ, ਇਕੁਅਲਸ ਟੂ 0 ਹੁੰਦੀ ਹੈ। ਤਾਂ ਕੀ ਕਰਨੀ ਹੈ, ਫਰਸਟ ਲਾਈਨ ਦੀ ਡਾਇਰੈਕਸ਼ਨ ਰੇਸ਼ੀਓ ਕੀ ਹੈ, 1 2 3, ਇੱਥੇ ਪੁੱਟ ਕਰ ਦੋ 1 ਇੰਟੂ ਸੈਕਿੰਡ ਦੀ ਆਪਾਂ ਨੇ ਆਪਣੀ ਰਿਕੁਆਇਰਡ ਲਾਈਨ ਦੀ ਡਾਇਰੈਕਸ਼ਨ ਰੇਸ਼ੀਓ ਕੀ ਲੈਟ ਕਰੀ ਹੈ, ABC, ਇਹਦੀ ਪੁੱਟ ਕਰ ਦੋ A 2 ਇੰਟੂ B 3 इंटू सी इक्वल्स टू 0। किया कि आपने जी इक्वेशन गिवन सी लाइन की वो डायरैक्शन रेशियो तो जो लाइन आपने फाइंड करनी है वो डायरैक्शन रेशियो दी प्रोडक्ट 0 लै ली। क्यों, क्योंकि दोनों लाइन्स आपस में परपेंडिकुलर ने। तो अपने को इक्वेशन बन गई a+2b+3c इक्वल्स टू 0। सिमिलरली दूसरी भी लाइन जी हैगी है L2, वो भी परपेंडिकुलर है L3 दे, तो वो भी डायरैक्शन रेशियोज की प्रोडक्ट लै लाँगे। किवें लवांगे, वो डायरैक्शन रेशियो की है 0 -3 2 इक्वल्स टू 0 -3b प्लस 2c इक्वल्स टू 0। ਹੁਣ ਆਪਾਂ ਨੇ ਕੀ ਕਰਨੀ ਹੈ, ਆਪਣੀ ਥਰਡ ਲਾਈਨ ਦੀ ਡਾਇਰੈਕਸ਼ਨ ਰੇਸ਼ੀਓ ਫਾइंड ਕਰਨ ਦੇ ਲਈ ਇਹਨਾਂ ਦੀ ਕਰ ਦੇਣੀ ਹੈ ਪ੍ਰੋਡਕਟ। ਉਹ ਕਿਵੇਂ ਕਰੀਦੀ ਹੈ ਜੀ, a b c ਲੈ ਕੇ ਸੇਮ ਜਿਵੇਂ ਆਪਾਂ ਕ੍ਰਾਸ ਪ੍ਰੋਡਕਟ ਕਰਦੇ ਹਾਂ ਜਾਂ ਫਿਰ ਆਪਾਂ ਵੈਕਟਰਸ ਦੀ ਪ੍ਰੋਡਕਟ ਕਰਦੇ ਹਾਂ, ਉਸੇ ਤਰੀਕੇ ਨਾਲ ਆਪਾਂ ਨੇ ਸੋਲਵ ਕਰਨਾ ਹੈ। b ਨੈਗੇਟਿਵ ਲੈਣਾ ਹੁੰਦਾ ਹੈ। ਕਿਵੇਂ ਕਰਾਂਗੇ, ਦੇਖੋ ਜੀ, ਪਹਿਲਾਂ ਦੋਨੋਂ ਇਕੁਏਸ਼ਨਸ ਨੂੰ ਲਿਖ ਲਓ ਪ੍ਰੋਪਰ। a + 2b + 3c इक्वल्स टू 0 -3b + 2c इक्वल्स टू 0। a ਲੈ ਲਓ 0। ठीक है जी, इतने अपने को क्योंकि a की वैल्यू कितनी है, 0 है। करना की है, पहला अपने a की वैल्यू फाइंड करने लई a वाली लाइन नू हाइड करके इन्हां दी प्रोडक्ट करनी है, जिवें आपां क्रॉस प्रोडक्ट करते हुन्ने अपने वैक्टर्स की। किवें करांगे जी, इत्थे लिख लो तुसीं एक बार 2 3 -3 2। डिटरमिनेंट फाइंड कर देना इन्हां दा। b ਦਾ ਵੀ b ਵਾਲੀ ਰੋ ਹਾਈਡ ਕਰਕੇ 1 3 0 2। ਸੇਮ c ਦੇ ਵਿੱਚ 1 2 0 -3। ਠੀਕ ਹੈ ਜੀ, ਹੁਣ ਕਰ ਦਿਓ ਤੁਸੀਂ ਇਹਨੂੰ ਸੋਲਵ। ਆਪਣੇ ਕੋਲ a ਕਿੰਨਾ ਆ ਜਾਊਗਾ, 4 -+3 9 ਸੌਰੀ 3 ਇੰਟੂ 3 -b 2 -0 c -3 -0। ਤਾਂ ਆਪਣੇ ਕੋਲ a ਕਿੰਨਾ ਆ ਗਿਆ, 13, b कितना आ गया -2, c कितना आ गया -3। देखो जी, a की वैल्यू कितनी आ गई 13, -b 2 आया तो b की वैल्यू क्या आ जाएगी -2, c आ गया -3। अपनी रिक्वायर्ड लाइन दे डायरैक्शन रेशो आ गई 13 -2 -3। रह की गया, हुण अपने कोल आपां फाइंड करना है इसदा पॉइंट।
ਪੁਆਇੰਟ ਫਾਈਂਡ ਕਰਨ ਲਈ ਕੀ ਕਰਨਾ ਹੁੰਦਾ ਹੈ ਆਪਾਂ ਨੇ, ਆਪਣੇ ਕੋਲ ਜਿਹੜੀ ਲਾਈਨਸ ਗਿਵਨ ਨੇ ਉਹਨਾਂ ਦੀ ਇਕੁਏਸ਼ਨਸ ਨੂੰ ਕਿਸੇ ਕਨਸਟੈਂਟ ਦੇ ਇਕੁਅਲ ਰੱਖ ਕੇ, ਲਾਈਕ ਮੈਂ ਫਰਸਟ ਲਾਈਨ ਨੂੰ ਰੱਖਤਾ ਇਕੁਅਲ ਟੂ ਲੈਮਡਾ, ਸੈਕੰਡ ਲਾਈਨ ਨੂੰ ਰੱਖਤਾ ਮੈਨੇ ਇਕੁਅਲਸ ਟੂ ਮਿਊ। ਇੱਥੋਂ ਆਪਾਂ ਨੇ x y ਐਂਡ z ਦੀ ਵੈਲਿਊ ਫਾਈਂਡ ਕਰਨੀ ਹੁੰਦੀ ਹੈ। ਆਪਾਂ ਇਕੁਏਸ਼ਨਸ ਦੁਬਾਰਾ ਫਰਸਟ ਲਾਈਨ ਦੀ ਇਕੁਏਸ਼ਨ ਹੈਗੀ ਆਪਣੇ ਕੋਲ x ਅਪੋਨ 1 y ਮਾਈਨਸ 1 ਅਪੋਨ 2 z ਮਾਈਨਸ 2 ਅਪੋਨ 3। ਸੈਕਿੰਡ ਦੀ ਹੈਗੀ ਹੈ x ਮਾਈਨਸ 1 ਅਪੋਨ 0 y ਅਪੋਨ ਮਾਈਨਸ 3 z ਮਾਈਨਸ 7 ਅਪੋਨ 2। ਇਹਨੂੰ ਰੱਖ ਲਓ ਇਕੁਅਲਸ ਟੂ ਲੈਮਡਾ, ਇਹਨੂੰ ਰੱਖ ਲਓ ਇਕੁਅਲਸ ਟੂ ਮਿਊ। ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ, ਇੱਥੋਂ x y ਤੇ z ਦੀ ਵੈਲਿਊ ਫਾਈਂਡ ਕਰ ਲੈਣੀ ਹੈ। x ਅਪੋਨ 1 ਇਕੁਅਲਸ ਟੂ ਲੈਮਡਾ, ਤਾਂ x ਕਿੰਨਾ ਆ ਗਿਆ ਲੈਮਡਾ। y ਮਾਈਨਸ 1 ਅਪੋਨ 2 ਇਕੁਅਲਸ ਟੂ ਲੈਮਡਾ, ਤਾਂ y ਕਿੰਨਾ ਆ ਗਿਆ 2 ਲੈਮਡਾ ਪਲਸ 1। z ਮਾਈਨਸ 2 ਅਪੋਨ 3 ਇਕੁਅਲਸ ਟੂ ਲੈਮਡਾ, ਤਾਂ z ਕਿੰਨਾ ਆ ਗਿਆ 3 ਲੈਮਡਾ ਪਲਸ 2। ਠੀਕ ਹੈ ਜੀ, ਇਧਰੋਂ ਮਿਊ ਦੀਆਂ ਵੈਲਿਊਜ਼ ਫਾਈਂਡ ਕਰ ਲਓ। x ਮਾਈਨਸ 1 1 ਅਪੋਨ 0 ਇਕੁਅਲਸ ਟੂ ਮਿਊ, ਤਾਂ ਇੱਥੋਂ ਦੀ ਆਪਣੇ ਕੋਲ x ਦੀ ਵੈਲਿਊ ਕੀ ਆ ਜਾਊਗੀ 0 ਮਿਊ ਪਲਸ 1, ਮਤਲਬ ਕਿ x ਕੀ ਆ ਜਾਊਗਾ 1। y ਇਕੁਅਲਸ ਟੂ 3 ਮਿਊ ਆ ਜਾਊਗਾ, z ਇਕੁਅਲਸ ਟੂ 2 ਮਿਊ ਪਲਸ 7। ਠੀਕ ਹੈ ਜੀ, ਇਹ ਆਪਣੇ ਕੋਲ ਆ ਗਈਆਂ ਮਿਊ ਐਂਡ ਲੈਮਡਾ ਦੀਆਂ ਇਕੁਏਸ਼ਨਸ। ਹੁਣ ਇਧਰੋਂ x ਦੀ ਵੈਲਿਊ ਤੇ ਇਧਰੋਂ x ਦੀ ਵੈਲਿਊ, y y z z ਤਿੰਨਾਂ ਨੂੰ ਇਕੁਅਲ ਰੱਖ ਲਓ ਆਪਸ ਦੇ ਵਿੱਚ। ਕੀ ਕਰਨਾ ਹੈ, ਲੈਮਡਾ ਇਕੁਅਲਸ ਟੂ 1, 2 lambda plus 1 equals to minus 3 mu, 3 lambda plus 2 equals to 2 mu plus 7। ਠੀਕ ਹੈ ਜੀ, ਹੁਣ ਇੱਥੋਂ ਦੀ ਤੁਸੀਂ ਕੋਈ ਦੋ ਇਕੁਏਸ਼ਨਸ ਨੂੰ ਸੋਲਵ ਕਰਕੇ ਮਿਊ ਤੇ ਲੈਮਡਾ ਦੀ ਵੈਲਿਊ ਫਾਈਂਡ ਕਰਨੀ ਹੈ। ਆਪਣੇ ਕੋਲ ਲੈਮਡਾ ਦੀ ਵੈਲਿਊ ਤਾਂ ਆਲਰੇਡੀ ਆ ਗਈ, ਅਗਰ ਨਹੀਂ ਵੀ ਆਉਂਦੀ ਤਾਂ ਆਪਾਂ ਐਲੀਮੀਨੇਸ਼ਨ ਮੈਥਡ ਲਗਾ ਦਿੰਦੇ। ਸੈਕਿੰਡ ਇਕੁਏਸ਼ਨ 'ਚ ਪੁੱਟ ਕਰ ਦਿਓ ਆਪਣੀ ਵੈਲਿਊ, 2 lambda plus 1 equals to minus 3 mu, 2 into 1 plus 1 equals to minus 3 mu, 2 plus 1 equals to minus 3 mu, 3 upon minus 3 equals to mu। ਤਾਂ ਆਪਣੇ ਕੋਲ ਇਸ ਦੀ ਵੈਲਿਊ ਕਿੰਨੀ ਆ ਗਈ -1। ਆਪਣੇ ਕੋਲ ਲੈਮਡਾ ਦੀ ਵੈਲਿਊ ਆ ਗਈ, ਮਿਊ ਦੀ ਵੈਲਿਊ ਆ ਗਈ। ਆਪਾਂ ਨੇ ਚੈੱਕ ਕਰਨਾ ਹੈ ਕਿ ਕੀ ਇਹ ਵੈਲਿਊਜ਼ ਸਹੀ ਨੇ, ਉਹ ਵੀ ਕਰਨਾ ਜ਼ਰੂਰੀ ਹੈ। ਕਿਵੇਂ ਕਰਾਂਗੇ ਜੀ, ਇਸ ਦੇ ਵਿੱਚ ਪੁੱਟ ਕਰਕੇ ਚੈੱਕ ਕਰਾਂਗੇ। ਜਿਹੜੀ ਥਰਡ ਇਕੁਏਸ਼ਨ ਰਹਿ ਗਈ ਜਿਸ ਨੂੰ ਆਪਾਂ ਨੇ ਯੂਜ਼ ਨਹੀਂ ਕੀਤਾ ਹਜੇ ਤੱਕ, ਇਸ ਦੇ ਵਿੱਚ ਦੋਨੋਂ ਵੈਲਿਊਜ਼ ਪੁੱਟ ਕਰਾਂਗੇ, ਲੈਮਡਾ ਦੀ ਵੀ ਤੇ ਮਿਊ ਦੀ ਵੀ। +2 equals to 2, ਇਹ ਕਿੰਨਾ ਆਇਆ -1 plus 7। ਇੱਧਰ ਕਿੰਨਾ ਬਣੂਗਾ 5, ਇੱਧਰ ਵੀ ਕਿੰਨਾ ਬਣੂਗਾ 5। ਇਕੁਅਲ ਬਣ ਰਿਹਾ ਮੀਨਸ ਕਿ ਆਪਣੀ ਲੈਮਡਾ ਦੀ ਤੇ ਮਿਊ ਦੀ ਵੈਲਿਊ ਬਿਲਕੁਲ ਕਰੈਕਟ ਹੈ। ਇੰਟਰਸੈਕਟਿੰਗ ਪੁਆਇੰਟ ਹੁਣ ਆਪਾਂ ਨੇ ਹਜੇ ਫਾਈਂਡ ਕਰਨਾ ਹੈ। ਉਹ ਕਿਵੇਂ ਫਾਈਂਡ ਕਰਾਂਗੇ, ਕਿਸੇ ਵੀ ਇੱਕ ਇਕੁਏਸ਼ਨ 'ਚ, ਚਾਹੇ ਇੱਧਰ ਇੱਥੇ ਪੁੱਟ ਕਰ ਦਿਓ ਤੁਸੀਂ ਆਪਣੀ ਵੈਲਿਊ, ਚਾਹੇ ਤੁਸੀਂ ਆਪਣੀ ਵੈਲਿਊ ਇੱਥੇ ਪੁੱਟ ਕਰ ਦਿਓ। ਮੀਨਸ ਚਾਹੇ ਲੈਮਡਾ ਦੀ ਵੈਲਿਊ ਪੁੱਟ ਕਰ ਦਿਓ, ਚਾਹੇ ਮਿਊ ਦੀ ਵੈਲਿਊ ਪੁੱਟ ਕਰ ਦਿਓ, ਆਪਣੇ ਕੋਲ x y z ਆ ਜਾਊਗਾ। x ਕਿੰਨਾ ਸੀ ਲੈਮਡਾ, ਮੀਨਸ x ਕਿੰਨਾ ਆਊਗਾ 1। y ਕਿੰਨਾ ਸੀ 2 ਲੈਮਡਾ ਪਲਸ 1, ਮਤਲਬ y ਕਿੰਨਾ ਆਊਗਾ 3। z ਕਿੰਨਾ ਸੀ 3 ਲੈਮਡਾ ਪਲਸ 2, ਮੀਨਸ z ਕਿੰਨਾ ਆਊਗਾ 5। ਤਾਂ ਆਪਣਾ ਜੋ ਪੁਆਇੰਟ ਆਇਆ ਜਿਸ ਦੇ ਵਿੱਚੋਂ ਲਾਈਨ ਪਾਸ ਕਰ ਰਹੀ ਹੈ ਉਹ ਕੀ ਆ ਗਿਆ 1 3 5। ਇੱਥੋਂ ਵੀ ਪੁੱਟ ਕਰਕੇ ਆਪਾਂ ਮਿਊ ਦੀ ਵੈਲਿਊ ਫਾਈਂਡ ਕਰ ਸਕਦੇ ਸੀ, ਸੇਮ ਆਊਗਾ ਪੁਆਇੰਟ। ਠੀਕ ਹੈ ਜੀ, ਹੁਣ ਆਪਾਂ ਨੇ ਜੋ ਇਕੁਏਸ਼ਨ ਫਾਈਂਡ ਕਰਨੀ ਸੀ ਉਹ ਕੀ ਸੀ, ਰਿਕੁਆਇਰਡ ਇਕੁਏਸ਼ਨ x minus x1 upon a, y minus y1 upon b, z minus z1 upon c। a b c ਕਿੰਨੇ ਆਏ ਸੀ ਆਪਣੇ 13 -2 ਐਂਡ -3 ਜੋ ਕਿ ਆ ਰਹੇ। ਆਪਾਂ ਆਪਣਾ ਆਂਸਰ ਲਿਖ ਦਾਂਗੇ। ਆਂਸਰ ਕੀ ਆ ਜਾਊਗਾ ਜੀ, x minus x1 ਕਿੰਨਾ ਆਇਆ ਆਪਣੇ ਕੋਲ 1, a ਕਿੰਨਾ ਆਇਆ ਸੀ 13, y minus 3 upon -2, z minus 5 upon -3, ਇਹ ਕੀ ਆ ਗਿਆ ਆਪਣਾ required answer। means कि equation of line passing through intersection of two lines which is perpendicular to those lines। ਕੀਤਾ ਕੀ ਹੈ ਕੁਐਸਚਨ ਦੀ ਸਟਾਰਟਿੰਗ ਤੋਂ ਇੱਕ ਵਾਰ ਚੈੱਕ ਕਰ ਲਓ। ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਨੇ, ਲਾਈਨ ਦੀ ਜੋ ਡਾਇਰੈਕਸ਼ਨ ਰੇਸ਼ੋ ਹੈ ਉਹ ਫਾਈਂਡ ਕਰਨੀ ਹੈ। ਕਿਵੇਂ ਫਾਈਂਡ ਕਰਨੀ ਹੈ, ਕਿਉਂਕਿ ਆਪਾਂ ਨੂੰ ਗਿਵਨ ਹੈ ਕਿ ਜੋ ਲਾਈਨ ਆਪਾਂ ਫਾਈਂਡ ਕਰਨੀ ਹੈ ਪਰਪੈਂਡੀਕੂਲਰ ਹੈ ਦੋ ਲਾਈਨਸ ਦੀ, ਤਾਂ ਦੋਨੋਂ ਲਾਈਨਸ ਦੀ ਡਾਇਰੈਕਸ਼ਨ ਰੇਸ਼ੋਜ਼ ਦੀ ਪ੍ਰੋਡਕਟ ਲੈ ਲਓ ਆਪਣੀ ਥਰਡ ਲਾਈਨ ਦੀ ਇਕੁਏਸ਼ਨ ਦੇ ਨਾਲ। ਲਾਈਨ ਨੂੰ ਤੁਸੀਂ ਕੁਝ ਵੀ ਲੈਟ ਕਰ ਸਕਦੇ ਹੋ ਤੇ ਉਹਨਾਂ ਦੀ ਪ੍ਰੋਡਕਟ ਲੈ ਕੇ ਆਪਣੀ ਡਾਇਰੈਕਸ਼ਨ ਰੇਸ਼ੋ ਜੋ ਹੈ ਬਿਲਕੁਲ ਡਾਇਰੈਕਟਲੀ ਸੋਲਵ ਹੋ ਜੂਗੀ। ਇਸ ਦੇ ਵਿੱਚ ਕੁਝ ਕੰਪਲਿਕੇਟਡ ਨਹੀਂ ਹੈ। ਠੀਕ ਹੈ, ਨੈਕਸਟ ਆਪਾਂ ਨੇ ਫਾਈਂਡ ਕਰਨਾ ਹੈ ਦਾ ਪੁਆਇੰਟ ਆਫ ਇੰਟਰਸੈਕਸ਼ਨ। ਉਸ ਦੇ ਲਈ ਕੀ ਕਰੋ ਤੁਸੀਂ, ਪਹਿਲਾਂ
ਫਰਸਟ ਇਕੁਏਸ਼ਨ ਨੂੰ ਇੱਕ ਕਾਂਸਟੈਂਟ ਦੇ ਇਕੁਅਲ ਰੱਖ ਲਓ, ਸੈਕੰਡ ਇਕੁਏਸ਼ਨ ਨੂੰ ਦੂਸਰੇ ਕਾਂਸਟੈਂਟ ਦੇ ਇਕੁਅਲ ਰੱਖ ਲਓ। ਇਧਰੋਂ ਵੀ ਐਕਸ ਵਾਈ ਜ਼ੈਡ ਦੀਆਂ ਵੈਲਿਊਜ਼ ਫਾਈਂਡ ਕਰ ਲਓ, ਇਸ ਸਾਈਡ ਤੋਂ ਵੀ ਐਕਸ ਵਾਈ ਜ਼ੈਡ ਦੀਆਂ ਵੈਲਿਊਜ਼ ਫਾਈਂਡ ਕਰ ਲਓ। ਫਿਰ ਆਪਾਂ ਨੇ ਕੀ ਕਰਨਾ ਹੈ, ਦੋਨੋਂ ਸਾਈਡ ਤੇ ਐਕਸ ਵਾਈ ਜ਼ੈਡ ਨੂੰ ਇਕੁਅਲ ਰੱਖ ਕੇ ਆ ਤਿੰਨ ਇਕੁਏਸ਼ਨਸ ਬਣਨਗੀਆਂ। ਤਿੰਨਾਂ ਨੂੰ ਸੋਲਵ ਕਰਕੇ, ਤਿੰਨਾਂ ਦੇ ਵਿੱਚੋਂ ਕਿਸੇ ਦੋ ਇਕੁਏਸ਼ਨਸ ਨੂੰ ਸੋਲਵ ਕਰਕੇ ਆਪਣੇ ਕੋਲ ਦੋਨੋਂ ਕਨਸਟੈਂਟਸ ਦੀ ਮੀਨਸ ਕਿ ਲੈਮਡਾ ਤੇ ਮਿਊ ਦੀ ਵੈਲਿਊ ਆ ਚੁੱਕੀ। ਉਸ ਵੈਲਿਊ ਨੂੰ ਥਰਡ ਇਕੁਏਸ਼ਨ 'ਚ ਪੁੱਟ ਕਰਕੇ ਚੈੱਕ ਕਰੋ ਕਿ ਕੀ ਇਹ ਸਹੀ ਹੈ। ਹਾਂਜੀ ਸਹੀ ਹੈ। ਉਸ ਤੋਂ ਬਾਅਦ ਕੀ ਕਰਨਾ ਫਿਰ ਆਪਾਂ ਨੇ, ਆਪਣੇ ਜੋ ਪੁਆਇੰਟਸ ਆਪਾਂ ਐਕਸ ਵਾਈ ਜ਼ੈਡ ਫਾਈਂਡ ਕਰੇ ਸੀ ਉਸ 'ਚ ਲੈਮਡਾ ਵੀ ਤੇ ਮਿਊ ਵੀ, ਚਾਹੇ ਲੈਮਡਾ ਪੁੱਟ ਕਰ ਦੋ ਚਾਹੇ ਮਿਊ ਪੁੱਟ ਕਰ ਦੋ, ਪੁਆਇੰਟ ਆਪਣੇ ਕੋਲ ਸੇਮ ਆਊਗਾ। ਆ ਪੁਆਇੰਟ ਆ ਗਿਆ। ਕੀ ਚਾਹੀਦਾ ਸੀ ਆਪਾਂ ਨੂੰ, ਇੱਕ ਪੁਆਇੰਟ ਚਾਹੀਦਾ ਸੀ, ਇੱਕ ਡਾਇਰੈਕਸ਼ਨ ਰੇਸ਼ੀਓ, ਦੋਨੋਂ ਵੈਲਿਊਜ਼ ਫਾਈਂਡ ਹੋ ਕੇ ਆਪਣੀ ਰਿਕੁਆਇਰਡ ਲਾਈਨ ਦੀ ਇਕੁਏਸ਼ਨ ਆ ਗਈ। ਠੀਕ ਹੈ ਜੀ, ਧਿਆਨ ਨਾਲ ਸਮਝਣਾ ਕੁਐਸਚਨ ਨੂੰ, ਕੁਐਸਚਨ ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆਪਾਂ ਬਾਕੀ ਕੁਐਸਚਨਸ ਦੇ ਸੋਲੂਸ਼ਨ ਵੀ ਕਰਾਂਗੇ ਟੈਸਟ ਪੇਪਰਸ ਦੇ। ਓਕੇ ਜੀ, ਥੈਂਕ ਯੂ।